ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਘਰੇਲੂ ਸ਼੍ਰੇਣੀ ਦੇ ਸਾਰੇ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਕਾਇਆ ਖੜੇ ਬਿਜਲੀ ਬਿੱਲ ਮਾਫ ਕਰ ਦਿੱਤੇ ਹਨ। ਇਸ ਸੰਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ PSPCL ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਡਿਫਾਲਟਰ ਘਰੇਲੂ ਬਿਜਲੀ ਖਪਤਕਾਰਾਂ ਨੂੰ ਰਾਹਤ ਦੇਣ ਬਾਰੇ ਦੱਸਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਜਿਨ੍ਹਾਂ ਵੱਲੋਂ 30 ਜੂਨ 2022 ਤੱਕ 31 ਦਸੰਬਰ 2021 ਤੱਕ ਦੇ ਬਕਾਇਆ ਖੜੇ ਬਿਜਲੀ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਗਈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਹੜੇ ਬਿਜਲੀ ਕਨੈਕਸ਼ਨ ਕੱਟੇ ਗਏ ਹਨ ਅਤੇ ਜਿਨ੍ਹਾਂ ਨੂੰ ਬਹਾਲ ਕਰਨਾ ਸੰਭਵ ਨਹੀਂ ਹੈ, ਬਿਨੈਕਾਰ ਦੀ ਬੇਨਤੀ ਤੇ PSPCL ਵੱਲੋਂ ਦੁਬਾਰਾ ਜੋੜ ਦਿੱਤੇ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਨਵੇਂ ਘਰੇਲੂ ਬਿਜਲੀ ਕਨੈਕਸ਼ਨ ਲਈ ਜੋ ਖਰਚੇ ਬਿਜਲੀ ਖਪਤਕਾਰਾਂ ਵੱਲੋਂ ਅਦਾ ਕੀਤੇ ਜਾਣੇ ਹਨ, ਉਹਨਾਂ ਦੀ ਅਦਾਇਗੀ ਵੀ ਪੰਜਾਬ ਸਰਕਾਰ ਵੱਲੋਂ PSPCL ਨੂੰ ਕੀਤੀ ਜਾਵੇਗੀ। ਹੋਰ ਸਾਰੇ ਖਪਤਕਾਰਾਂ ਜਿਵੇਂ ਸਰਕਾਰੀ ਹਸਪਤਾਲ, ਸਰਕਾਰੀ ਡਿਸਪੈਂਸਰੀਆਂ, ਧਾਰਮਿਕ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਅਤੇ ਅਟੈਚਡ ਹੋਟਲਾਂ ਆਦਿ ਇਸ ਮੁਆਫੀ ਸਕੀਮ ਦੇ ਘੇਰੇ ਵਿੱਚ ਨਹੀਂ ਆਉਣਗੀਆਂ। ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਸੂਬੇ ਦੇ ਸਾਰੇ ਯੋਗ ਵਸਨੀਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇ ਰਹੀ ਹੈ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਦਿੱਲੀ ਦੌਰੇ ਤੇ ਹੋਣਗੇ। ਉਹ ਦਿੱਲੀ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣਗੇ। CM ਭਗਵੰਤ ਮਾਨ 2 ਦਿਨਾਂ ਲਈ ਦਿੱਲੀ ਵਿੱਚ ਹੋਣਗੇ। ਐਤਵਾਰ ਨੂੰ ਉਹ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਜ਼ਿਕਰ ਇਹ ਹੋਇਆ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਲੈ ਕੇ ਦਿੱਲੀ ਵਿੱਚ ਭਲਕੇ ਵੱਡੀ ਬੈਠਕ ਹੋਣ ਜਾ ਰਹੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੀਟਿੰਗ ਦਾ ਹਿੱਸਾ ਹੋਣਗੇ। ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਸਾਰੀ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਤੇ ਹਰ ਰੋਜ਼ ਅਜਿਹੀਆਂ ਹੀ ਚੀਜ਼ਾਂ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਬਾਰੇ ਲੋਕ ਸੱਚ ਸਮਝੇ ਬਿਨਾਂ ਹੀ ਉਹਨਾਂ ਨੂੰ ਅੱਗੇ ਭੇਜ ਦਿੰਦੇ ਹਨ। ਹੁਣ ਅਜਿਹੀ ਇੱਕ ਲਿਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੇ ਦਸਤਖਤ ਹਨ ਅਤੇ ਉਹ ਆਪਣੀ ਕੋਠੀ ਦਾ ਨਵੀਨੀਕਰਨ ਕਰਨ ਲਈ ਕਹਿ ਰਹੀ ਹੈ। ਕਈ ਲੋਕਾਂ ਨੇ ਇਸ ਨੂੰ ਸੱਚ ਵੀ ਮੰਨ ਲਿੱਤਾ ਹੈ, ਪਰੰਤੂ ਤੁਹਾਨੂੰ ਦੱਸ ਦਈਏ ਕਿ ਇਹ ਲਿਸਟ ਫੇਕ ਹੈ। ਦਰਅਸਲ ਇਸ ਸੂਚੀ ਵਿੱਚ ਅਨਮੋਲ ਗਗਨ ਮਾਨ ਦੇ ਦਸਤਖਤ ਨਾਲ ਦੱਸਿਆ ਗਿਆ ਹੈ ਕਿ ਕੋਠੀ ਵਿੱਚ ਕਿਹੜੀਆਂ ਚੀਜ਼ਾਂ ਬਦਲੀਆਂ ਜਾਣੀਆਂ ਹਨ। ਸੂਚੀ ਵਿੱਚ ਲਿਖਿਆ ਗਿਆ ਹੈ ਕਿ ਕੋਠੀ ਦੇ ਫਰਸ਼ ਦੀਆਂ ਟਾਈਲਾਂ ਬਦਲੀਆਂ ਜਾਣ, ਗ੍ਰਿਲ ਵੀ ਬਦਲੀ ਜਾਵੇ, ਬੈੱਡਰੂਮ ਦਾ ਨਵੀਨੀਕਰਨ ਕੀਤਾ ਜਾਵੇ, ਕੋਠੀ ਦੀਆਂ ਸਾਰੀਆਂ ਪਾਈਪਾਂ ਨੂੰ ਕਵਰ ਕੀਤਾ ਜਾਵੇ, ਕੋਠੀ ਦੇ ਸਾਰੇ ਕੱਪ ਬੋਰਡ ਰਿਪੇਅਰ ਕੀਤੇ ਜਾਣ, ਸਾਰੇ ਕਮਰਿਆਂ ਵਿੱਚ 65 ਇੰਚ ਦੇ TV ਲਗਾਏ ਜਾਣ। ਅੱਜ ਜੋ ਚੱਪੇ 'ਚ ਬੇਈਮਾਨੀ ਚੱਲ ਰਹੀ ਹੈ, ਚੋਰੀਆਂ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ ਦੇ ਘਰਾਂ ਵਿੱਚ ਵੜ ਕੇ ਲੁਟੇਰੇ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਅਜਿਹੇ ਮਾਹੌਲ ਵਿੱਚ ਵੀ ਜਦੋਂ ਕੋਈ ਇਮਾਨਦਾਰ ਬੰਦੇ ਬਾਰੇ ਸੁਣਨ ਨੂੰ ਮਿਲੇ ਤਾਂ ਹੈਰਾਨਗੀ ਨਾਲ ਖੁਸ਼ੀ ਵੀ ਹੁੰਦੀ ਹੈ। ਇਮਾਨਦਾਰੀ ਅਜੇ ਤੱਕ ਕਾਇਮ ਹੈ। ਅਜਿਹੀ ਇੱਕ ਇਮਾਨਦਾਰੀ ਦੀ ਮਿਸਾਲ ਪੰਜਾਬ ਵਿੱਚ ਮਿਲੀ ਹੈ, ਜਿੱਥੇ ਬੱਸ ਮੁਲਾਜ਼ਮਾਂ ਨੇ ਲੱਖਾਂ ਰੁਪਇਆਂ ਨਾਲ ਭਰਿਆ ਬੈਗ ਸਵਾਰੀਆਂ ਤੱਕ ਪਹੁੰਚਾਇਆ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਮਿਲ ਕੇ ਹੱਲਾਸ਼ੇਰੀ ਅਤੇ ਹੌਸਲਾ ਅਫਜ਼ਾਈ ਕੀਤੀ। ਇਹ ਦੋਵੇਂ PRTC ਦੇ ਬੱਸ ਮੁਲਾਜ਼ਮ ਹਨ। ਕੁਝ ਦਿਨਾਂ ਪਹਿਲਾਂ ਕੋਈ ਬੰਦਾ ਆਪਣਾ ਪੈਸਿਆਂ ਦਾ ਭਰਿਆ ਬੈਗ, ਜਿਸ ਵਿੱਚ 4.30 ਲੱਖ ਰੁਪਏ ਸੀ, ਸਰਕਾਰੀ ਬੱਸ ਵਿੱਚ ਭੁੱਲ ਗਿਆ, ਪਰ ਬੱਸ ਮੁਲਾਜ਼ਮਾਂ ਨੇ ਬੈਗ ਨੂੰ ਸਹੀ ਸਲਾਮਤ ਉਸ ਬੰਦੇ ਤੱਕ ਪਹੁੰਚਾ ਦਿੱਤਾ ਤੇ ਇਹਨਾਂ ਦੋਨਾਂ ਮੁਲਾਜ਼ਮਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਸ਼ ਹੁੰਦੇ ਹੋਏ ਉਹਨਾਂ ਨੂੰ ਇੱਕ ਤੋਹਫਾ ਭੇਂਟ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੇ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਕੀਤੇ ਹਨ ਅਤੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਆ ਰਹੀਆਂ ਨਵੀਆਂ ਸਕੀਮਾਂ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ। ਇੱਕ ਵਾਅਦਾ ਵੀ ਕਰ ਰਹੇ ਸੀ ਕਿ ਇੱਕ ਵਾਰੀ ਮੌਕਾ ਦਿਓ, ਉਹ ਤੋਂ ਬਾਅਦ ਤੁਹਾਡੇ ਕੋਲ ਇੰਨੀ ਵਧੀਆ ਸਰਕਾਰ ਦੀ ਕਾਰਗੁਜ਼ਾਰੀ ਮਿਲੂਗੀ ਕਿ ਅਗਲੀ ਵਾਰ ਕਹਿਣ ਦੀ ਲੋੜ ਨਹੀਂ ਪੈਣੀ। ਅਸੀਂ ਨੀਅਤ ਦੇ ਸੱਚੇ ਹਾਂ, ਸਾਡੇ ਤੇ ਯਕੀਨ ਕਰਕੇ ਦੇਖੋ। ਔਰ ਮੈਂ ਇਸ ਗੱਲ ਲਈ 3.25 ਕਰੋੜ ਪੰਜਾਬੀਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਯਕੀਨ ਕੀਤਾ ਹੈ ਤੇ ਹੁਣ ਇਸ ਯਕੀਨ ਤੇ ਆਪਾਂ ਪੂਰੇ ਉਤਰਨਾ ਹੈ। 31 ਅਗਸਤ ਆਊਗੀ, ਹੁਣ 1 ਜੁਲਾਈ ਤੋਂ ਆਪਾਂ ਬਿਜਲੀ ਫ੍ਰੀ ਕਰਤੀ, 600 ਯੂਨਿਟ 2 ਮਹੀਨਿਆਂ ਦਾ। 31 ਤਰੀਕ ਨੂੰ 600 ਯੂਨਿਟ 2 ਮਹੀਨੇ ਹੋ ਜਾਣਗੇ।
ਬਿੱਲ ਆਊਗਾ ਫਿਰ ਪਹਿਲੇ ਹਫਤੇ ਸਤੰਬਰ ਦੇ, ਔਰ ਉਹ 600 ਯੂਨਿਟ ਦੇ ਵਿੱਚ ਕੋਈ ਕਿਲੋਵਾਟ ਦਾ ਚੱਕਰ ਨਹੀਂ, ਕੋਈ ਇਹ ਨਹੀਂ ਹੈਗਾ ਵੀ ਇਹ ਜਨਰਲ ਘਰ ਹੈ, ਇਹ BC ਹੈ, ਇਹ SC ਹੈ, ਇਹ BPL ਹੈ, ਇਹ ਫਰੀडम फाइटर है। मेरा मकसद 600 यूनिट तो थले है, बस 600 यूनिट तो थले है तब बिजली का बिल नहीं आऊगा। मैं बिजली बोर्ड ਨੂੰ बुलाया, मैं क्या मैनू सच्चो सच दसो किन्ने घरां नूं 600 यूनिट तो थले बिल आऊगा कि जीरो हो जाऊगा उन्हां दा। वो कहंदे जी साडा पुराना रिकॉर्ड ये कहंदा है 74 ਲੱਖ ਘਰਾਂ ਚੋਂ ਜਿੱਥੇ ਮੀਟਰ ਲੱਗੇ ਹੋਏ ਨੇ 51 ਲੱਖ ਘਰਾਂ ਨੂੰ ਜ਼ੀਰੋ ਬਿੱਲ ਆਊਗਾ ਜੀ। 51 ਲੱਖ ਘਰਾਂ ਨੂੰ ਜ਼ੀਰੋ ਬਿੱਲ ਆਊਗਾ ਜੀ 20 ਦਿਨਾਂ ਬਾਅਦ, ਆ ਮਹੀਨੇ ਮਤਲਬ ਮਹੀਨੇ ਬਾਅਦ 5 ਹੋ ਗਈ ਅੱਜ। ਹੁਣ ਸ਼ੁਰੂ ਹੋਊਗਾ ਆਟਾ ਦਾਲ ਸਕੀਮ। ਕਣਕ ਲੈਣੀ ਆ ਕਣਕ ਲੈ ਲਿਓ, ਆਟਾ ਲੈਣਾ ਆਟਾ ਲੈ ਲਿਓ, ਪਿਸਾਈ ਦਾ ਖਰਚਾ ਸਰਕਾਰ ਦੇਊਗੀ, ਡੀਪੂ ਤੋਂ ਲਿਆਉਣਾ ਡੀਪੂ ਤੋਂ ਲਿਆਇਓ, ਘਰੇ ਮੰਗਾਉਣਾ ਘਰੇ ਮੰਗਾ ਲਿਓ। ਇੱਕ ਵੱਡੀ ਪ੍ਰਾਈਵੇਟ ਕੰਪਨੀ ਨਾਲ ਗੱਲ ਕੀਤੀ ਹੈ, ਕਾਰਾਂ ਉਹਨਾਂ ਦੀਆਂ ਹੋਣਗੀਆਂ, ਉਹ ਆਪਦੀ ਐਡਵਰਟਾਈਜ਼ਮੈਂਟ ਕਰਨਗੇ, ਬਸ ਆਪਾਂ ਤਾਂ ਕੁਝ ਨਹੀਂ ਲੈਂਦੇ। ਉਹ ਤੇ ਲਿਖਿਆ ਹੋਊਗਾ ਗਰੀਬਾਂ ਨੂੰ ਰਾਸ਼ਨ ਦੇਣ ਵਾਲੀ ਗੱਡੀ। ਤੇ ਜਦੋਂ ਉਹ ਗੱਡੀ 'ਚ ਪੈਕਿੰਗ ਹੋਈ ਹੋਊਗੀ ਤੇ ਜਦੋਂ ਇਹ ਗਰੀਬਾਂ ਨੂੰ ਰਾਸ਼ਨ ਦੇਣ ਵਾਲੀ ਗੱਡੀ ਐ ਦੋਨੇ ਪਾਸੇ ਲਿਖਿਆ ਹੋਊਗਾ, ਜਦੋਂ ਉਹ ਗੱਡੀ ਕਿਸੇ 911 ਵਾਲੇ ਘਰ ਦੇ ਮੂਹਰੇ ਖੜੀ, ਇਹ ਉਹਦੇ ਕੋਲੇ ਕਾਰਡ ਹੈ ਬਈ, ਉਹਦੇ ਕੋਲ ਕਾਰਡ ਬਣਾਇਆ ਹੋਇਆ, ਉਹਦੀ ਪਹਿਲਾਂ ਚੱਲਦੀ ਸੀ, ਉਹਨੇ ਚੰਨੀ ਤੋਂ ਬਣਾਇਆ, ਉਹਨੇ ਅਮਰਿੰਦਰ ਤੋਂ ਬਣਾਇਆ, ਉਹਨੇ ਸੁਖਬੀਰ ਤੋਂ ਬਣਾਇਆ। ਜਦੋਂ ਗੱਡੀ ਘਰੇ ਖੜੂਗੀ ਉਹਦੇ ਘਰ ਮੂਹਰੇ ਬੈਲ ਮਾਰ ਕੇ ਕਵਾਂਗੇ ਸਰਦਾਰ ਜੀ ਗਰੀਬਾਂ ਵਾਲੀ ਗੱਡੀ ਆ ਗਈ, ਲੈ ਲਓ ਰਾਸ਼ਨ। ਦੇਖਿਓ ਕਿਵੇਂ ਕਟਾਉਂਦੇ ਨੇ ਫਿਰ, ਵੀ ਕੱਟ ਦੋ ਸਾਡਾ ਤਾਂ ਜੀ ਕੱਟ ਦੋ। ਕਿਉਂਕਿ ਪਿੰਡ ਮੈਨੂੰ ਪਤਾ, ਮੈਂ ਪਿੰਡਾਂ ਵਾਲਾ ਹੀ ਆ, ਇਹੋ ਜਿਹੀ ਅੱਲ ਪੈਂਦੀ ਹੈ, ਲੋਕ ਇਹੋ ਜਿਹਾ ਨਾਂ ਰੱਖਦੇ ਨੇ, ਕਈ ਪੀੜ੍ਹੀਆਂ ਦਾਗ ਧੋਣੇ ਔਖੇ ਹੋਏ ਨੇ। ਅਗਲਾ ਕਹਿੰਦਾ ਭੁੱਖਿਆਂ ਦੇ ਜਾਣਾ ਬਾਈ, ਉਹ ਚੌਥਾ ਘਰ ਛੱਡ ਕੇ ਖੱਬੇ ਮੁੜ ਜੀ, ਰਿਸ਼ਤੇ ਨਹੀਂ ਹੁੰਦੇ, ਅਗਲਾ ਕਹਿੰਦਾ ਭੁੱਖੇ ਕਹਿੰਦੇ ਨੇ ਇਹਨਾਂ ਨੂੰ ਤਾਂ। ਯਾਰ ਸਹੀ ਆ ਨਾ ਤਰੀਕਾ? ਇੱਕ ਵਾਰ ਤਾਂ ਗੱਡੀ ਉਹਨਾਂ ਦੇ ਘਰ ਮੂਹਰੇ ਖੜਾਵਾਂਗੇ ਆਪਾਂ। ਹਾਂ ਜੀ ਅੰਦਰ ਵੜਦੀ ਅੰਦਰ ਲੈ ਜਾਾਂਗੇ। ਗੇਲ ਕਹਿੰਦਾ ਅੰਦਰ, ਵੱਡੇ ਵੱਡੇ ਗੇਟ ਨੇ, ਗੱਡੀ ਅੰਦਰ ਵੜ ਸਕਦੀ ਹੈ। ਯਾਰ ਕਮਾਲ ਹੈ। ਮਤਲਬ ਸਿਆਣੇ ਕਹਿੰਦੇ ਆ ਢਿੱਡ ਦਾ ਭੁੱਖਾ ਰੱਜ ਜਾਂਦਾ, ਨੀਂਦ ਦਾ ਭੁੱਖਾ ਨਹੀਂ ਰੱਜਦਾ। ਕੀ ਤੁਸੀਂ ਗਰੀਬਾਂ ਵਾਲਾ ਰਾਸ਼ਨ ਲੈ ਕੇ ਕਿਹੜੇ ਚਵਾਰੇ ਛੱਤ ਲਓਗੇ? ਕਿਸੇ ਗਰੀਬ ਦੇ ਮੂੰਹ 'ਚ ਪੈ ਲੈਣ ਦੋ ਬੁਰਕੀ, ਨਾਲ ਲੈ ਜਾਣਾ। ਸੋ ਇਸ ਕਰਕੇ ਆਟਾ ਦਾਲ ਸਕੀਮ ਸ਼ੁਰੂ ਹੋਣ ਲੱਗੀ ਹੈ ਤੇ ਤੁਸੀਂ ਇੱਧਰ ਨੂੰ ਜਾਇਆ ਕਰੋਗੇ ਜਦੋਂ ਮੱਥਾ ਟੇਕਣ ਮਸਤੂਆਣਾ ਸਾਹਿਬ ਨੂੰ। ਅੱਜ ਜਾਓਗੇ ਤਾਂ ਨਕਸ਼ਾ ਹੋਰ ਹੋਊਗਾ, ਅਗਲੇ ਦਿਨ ਜਾਓਗੇ ਤਾਂ ਉਹੀ ਕੰਧ ਹੋਰ ਉੱਚੀ ਚੱਕੀ ਹੋਊਗੀ। ਤੁਸੀਂ ਕਹੋਗੇ ਯਾਰ ਆਹ ਕੰਮ ਚੱਲ ਰਿਹਾ ਹੈ। ਇਹ ਉਹ ਕੰਮ ਨਹੀਂ ਹੈਗੇ ਪਹਿਲਾਂ ਵਾਲੇ ਵੀ ਕਹਿ ਗਏ ਮੁੜ ਕੇ ਬਣਿਆ ਹੀ ਕੱਖ ਨਹੀਂ। ਇਹ ਕੰਮ ਨਹੀਂ ਹੈਗੇ। 16 ਮੈਡੀਕਲ ਕਾਲਜ ਬਣਾਉਣੇ ਆ 5 ਸਾਲਾਂ 'ਚ, 9 ਸਾਡੇ ਕੋਲੇ ਹੈਗੇ ਨੇ, 25 ਹੋ ਜਾਣਗੇ। ਹਰੇਕ ਜ਼ਿਲ੍ਹੇ ਨੂੰ ਇੱਕ ਮੈਡੀਕਲ ਕਾਲਜ ਟੱਚ ਕਰੂਗਾ। ਸਾਡੇ ਧੀਆਂ ਪੁੱਤ ਇੱਥੇ MBBS ਦੀ ਡਿਗਰੀ ਕਰਨਗੇ, ਮੈਡੀਕਲ ਦੀ ਪੜ੍ਹਾਈ ਕਰਨਗੇ, ਲੱਖਾਂ ਲੋਕਾਂ ਨੂੰ ਹੋਰ ਕੰਮ ਮਿਲੂਗਾ। ਸੰਗਰੂਰ ਵਾਲਾ ਹਸਪਤਾਲ ਅਪਗ੍ਰੇਡ ਹੋਊਗਾ, ਕਿਉਂਕਿ ਇਹ ਸ਼ਰਤ ਹੁੰਦੀ ਹੈ ਜੇ ਮੈਡੀਕਲ ਕਾਲਜ ਬਣਾਉਣਾ ਤਾਂ ਉਹ ਸ਼ਹਿਰ ਦਾ ਜਿਹੜਾ ਸਿਵਲ ਹਸਪਤਾਲ ਹੈ ਉਹ ਅਪਗ੍ਰੇਡ ਹੋਣਾ ਚਾਹੀਦਾ ਹੈ, ਅਪ ਟੂ ਡੇਟ ਹੋਣਾ ਚਾਹੀਦਾ ਹੈ। ਬੁਢਾਪਾ ਪੈਨਸ਼ਨ, ਬਹੁਤ ਖੱਜਲ ਖੁਆਰੀਆਂ ਹੁੰਦੀਆਂ ਸੀ ਬੈਂਕਾਂ 'ਚ, ਬੈਂਕਾਂ ਮੂਹਰੇ ਬਜ਼ੁਰਗ ਤੁਰਿਆ ਨਹੀਂ ਜਾਂਦਾ, ਲਾਈਨਾਂ ਲਾ ਕੇ ਬੈਠੇ, ਪਿਆਸੇ ਭੁੱਖੇ ਦੇਖੇ ਨਹੀਂ ਜਾਂਦੇ ਸੀ।
ਅਸੀਂ ਸਿਸਟਮ ਚੇਂਜ ਕਰਨ ਲੱਗੇ ਹਾਂ। ਇੱਕ ਪ੍ਰਾਈਵੇਟ ਕੰਪਨੀ ਨਾਲ ਗੱਲ ਹੋਈ ਹੈ, ਨਾਲੇ ਉਹ ਰੋਜ਼ਗਾਰ ਦੇਊਗੀ। ਬੁਢਾਪਾ ਪੈਨਸ਼ਨ ਤੁਹਾਡੇ ਘਰ ਦਾ ਕੁੰਡਾ ਖੜਕਾ ਕੇ ਬਜ਼ੁਰਗਾਂ ਨੂੰ ਉਹ ਜਿਹੜਾ ਇਲੈਕਟ੍ਰੋਨਿਕ ਮੀਟਰ ਹੁੰਦਾ, ਬਾਇਓਮੀਟਰ, ਉਹਦੇ ਤੇ ਅੰਗੂਠਾ ਲਵਾ ਕੇ ਤੁਹਾਡੇ ਘਰੇ ਆਊ ਜੀ। ਤੇ ਉਹਦੇ ਬਦਲੇ ਉਹ ਕੰਪਨੀ, ਕਿਉਂਕਿ ਕੰਪਨੀ ਕੋਲੇ ਪੈਸਾ ਬਹੁਤ ਜਮ੍ਹਾਂ ਕਰਾਵਾਂਗੇ ਅਸੀਂ ਬੈਂਕ ਕੋਲੇ, ਤਾਂ ਉਹ ਬੈਂਕ ਜਿਹੜੀ ਹੈ ਉਹ ਰੋਜ਼ਗਾਰ ਦੇਊਗੀ। ਜਿਹੜੇ ਮੁੰਡੇ ਵੰਡਣਗੇ ਬੁਢਾਪਾ ਪੈਨਸ਼ਨਾਂ, ਤਾਂ ਉਹ ਪੜ੍ਹੇ ਲਿਖੇ ਮੁੰਡੇ ਆਪਣੇ ਕੋਲੇ ਬਥੇਰੇ ਨੇ, ਆਪਣੇ ਕੋਲ ਜਿਹੜੇ ਤੇਲ ਪਾਉਂਦੇ ਰਹੇ ਮੋਟਰਸਾਈਕਲਾਂ 'ਚ। ਮੈਂ ਉਹੀ ਤਾਂ ਕਹਿਣਾ, ਕੰਮ ਮਿਲੂਗਾ ਜ਼ਬਰਦਸਤ, ਆਪਾਂ ਦੇਵਾਂਗੇ, ਜ਼ਬਰਦਸਤ ਕੰਮ ਮਿਲੂਗਾ। ਇੱਕ ਹੋਰ ਇਹਦੇ ਨਾਲ ਸਮਾਜਿਕ ਜਿਹੜੀ ਮਸਲਾ ਉਹ ਹੱਲ ਹੋ ਜਾਊਗਾ। ਕਈ ਘਰਾਂ 'ਚ, ਮੈਂ ਸਾਰਿਆਂ 'ਚ ਨਹੀਂ ਕਹਿੰਦਾ, ਕਈ ਘਰਾਂ 'ਚ ਇਹ ਹੁੰਦਾ ਹੈ, ਸ਼ਿਕਾਇਤਾਂ ਵੀ ਮਿਲੀਆਂ ਨੇ ਕਿ ਮੁੰਡਾ ਬੇਬੇ ਬਾਪੂ ਤੋਂ ਅੰਗੂਠਾ ਲਵਾ ਲੈਂਦਾ, ਬੈਂਕ 'ਚੋਂ ਪੈਨਸ਼ਨ ਕਢਾ ਲੈਂਦਾ, ਪਰ ਉਹਨਾਂ ਨੂੰ ਦਿੰਦਾ ਨਹੀਂ। ਇੱਥੇ ਕੀ ਹੋਊਗਾ? ਘਰੇ ਜਾਊਗਾ ਬੰਦਾ, ਬੇਬੇ ਬਾਪੂ ਮੰਜੇ ਤੇ ਪਏ ਨੇ, ਉੱਠਿਆ ਨਹੀਂ ਜਾਂਦਾ, ਕੋਈ ਗੱਲ ਨਹੀਂ, ਅੰਗੂਠਾ ਲਵਾ ਕੇ ਇੱਕ ਵਾਰੀ ਪੈਨਸ਼ਨ ਉਹਨਾਂ ਦੇ ਹੱਥ 'ਚ ਫੜਾਉਣੀ ਹੈ। ਉਹ ਭਾਵੇਂ ਨਾਲ ਦੀ ਨਾਲ ਆਪਦੇ ਮੁੰਡੇ ਨੂੰ ਦੇ ਦੇਣ, ਨੂੰਹ ਨੂੰ ਦੇ ਦੇਣ, ਸਾਨੂੰ ਇਹਦੇ ਨਾਲ ਕੋਈ ਨਹੀਂ, ਪਰ ਇੱਕ ਵਾਰੀ ਉਹਨਾਂ ਨੂੰ ਮਿਲੂਗੀ ਜਿਨ੍ਹਾਂ ਦੇ ਨਾਂ ਤੇ ਆ ਉਹ। ਇਹਦੇ ਨਾਲ ਬਹੁਤ ਵੱਡੇ ਮਸਲੇ ਹੱਲ ਹੋ ਜਾਣਗੇ। ਆਰਸੀ ਬਣਾਉਣ ਵਾਸਤੇ ਬੜੇ ਪੰਗੇ ਪੈਂਦੇ ਸੀ, ਕਿੰਨੇ ਗੇੜੇ ਵੱਜਦੇ ਸੀ ਡੀਟੀਓ ਦਫ਼ਤਰਾਂ ਦੇ। ਜਮਾ ਕੰਪਿਊਟਰਾਈਜ਼ ਕਰਤਾ। ਧੂਰੀ ਦੇ ਕਿਸੇ ਗੱਡੀਆਂ ਦੇ ਸ਼ੋਰੂਮ 'ਚ ਜਾਓ, ਮੋਟਰਸਾਈਕਲ ਦੇ ਸ਼ੋਰੂਮ 'ਚ ਜਾਓ, ਨੰਬਰ ਉੱਥੇ ਕੰਪਿਊਟਰ 'ਚ ਪਏ ਨੇ, ਉਹ ਦਿਖਾ ਦੂਗਾ ਵੀ ਕਿਹੜਾ ਨੰਬਰ ਭਾਈ ਤੈਨੂੰ ਪਸੰਦ ਹੈ, ਉਹ ਨੰਬਰ ਲੈ ਲਓ। ਨਾਲ ਦੀ ਨਾਲ ਫਾਰਮ ਭਰ ਦੂਗਾ ਡੀਲਰ, ਆਧਾਰ ਕਾਰਡ ਹੋ ਜਾਊਗਾ, ਫੋਨ ਨੰਬਰ ਹੋ ਜਾਊਗਾ, ਨਾਲ ਦੀ ਨਾਲ ਆਰਸੀ ਬਣ ਕੇ ਤੁਹਾਡੇ ਮੋਬਾਈਲ ਤੇ ਆ ਜਾਊਗੀ। ਤੁਸੀਂ ਮੋਟਰਸਾਈਕਲ ਜਾਂ ਕਾਰ ਦੇ ਨਾਲ ਆਰਸੀ ਲੈ ਕੇ ਉਹ ਸ਼ੋਰੂਮ 'ਚੋਂ ਬਾਹਰ ਨਿਕਲੋਗੇ। ਬਾਹਰ ਤੁਹਾਨੂੰ ਕੋਈ ਕਿਤੇ ਪੁਲਿਸ ਵਾਲਾ ਰੋਕੂ, ਉਹ ਕਹੂਗਾ ਆਰਸੀ ਦਿਖਾ ਦੇ, ਤੁਸੀਂ ਉਹ ਮੋਬਾਈਲ ਫੋਨ ਦਿਖਾ ਸਕਦੇ ਹੋ। ਉਹ ਮੋਬਾਈਲ ਫੋਨ ਵਾਲੀ ਆਰਸੀ ਪ੍ਰਵਾਨਿਤ ਹੈ, ਅਸੀਂ ਉਹ ਪ੍ਰਵਾਨਿਤ ਕਰਤੀ। ਤੇ ਜਿਹੜੀ ਦੂਜੀ ਆਰਸੀ ਹੈ ਕਾਰਡ ਵਾਲੀ, ਉਹ ਤੁਹਾਨੂੰ ਰੂਟੀਨ 'ਚ 10-15 ਦਿਨਾਂ ਬਾਅਦ ਡਾਕ ਚਾਪੀ ਆ ਜਾਊਗੀ। ਲਰਨਿੰਗ ਲਾਇਸੈਂਸ ਬਣਾਉਣਾ, ਗੇੜੇ ਵੱਜਦੇ ਸੀ, ਪੋਰਟਲ ਬਣਾਤਾ। ਉਹ ਪੋਰਟਲ ਖੋਲੋ, ਉਹ ਤੇ ਟੈਸਟ ਦਿਓ, ਆਪਦਾ ਨਾਮ ਤੇ ਆਧਾਰ ਕਾਰਡ ਪਾ ਕੇ ਟੈਸਟ ਦਿਓ, ਨਾਲ ਦੀ ਨਾਲ ਟੈਸਟ ਦਾ ਰਿਜ਼ਲਟ ਆ ਜਾਊਗਾ, ਤੁਹਾਡੇ ਫੋਨ ਤੇ ਲਰਨਿੰਗ ਲਾਇਸੈਂਸ ਆ ਜਾਊਗਾ। ਇੱਕ ਸਾਲ 'ਚ 7.5 ਲੱਖ ਲਰਨਿੰਗ ਲਾਇਸੈਂਸ ਵਾਸਤੇ 7.5 ਲੱਖ ਬੰਦਾ ਅਪਲਾਈ ਕਰਦਾ ਹੈ। ਉਹਨੂੰ ਘੱਟੋ ਘੱਟ 2 ਗੇੜੇ ਵੱਜਦੇ ਨੇ, ਯਾਨੀ ਕਿ 15 ਲੱਖ ਗੇੜੇ ਬਚਣਗੇ ਜੀ। 15 ਲੱਖ ਘਰੇ ਵੜ ਜੂਗਾ ਜੀ। ਜੇ ਨੀਂਹ ਸਾਫ਼ ਹੋਵੇ ਤਾਂ ਇਹੋ ਜਿਹਾ ਕੁਛ। ਮਊਆ ਨੇ ਜਾਂਦਾ, ਉਹ ਇੱਕ ਧੂਰੀ ਆਊਗਾ, ਇੱਕ ਮੁਹਾਲੀ ਆਊਗਾ, ਇੱਕ ਉਧਰ ਆਊ, ਇੱਥੇ ਆਊ। ਮੇਰੇ ਐਂ ਪਏ ਨੇ ਨੌਹਾਂ 'ਚ ਨਾ ਜਦੋਂ ਹੈਵੀ ਦੇ ਲਾਇਸੈਂਸ ਦੀ ਟ੍ਰੇਨਿੰਗ ਹੁੰਦੀ ਹੈ, ਉਹ ਮਊਆ ਨੇ ਜਾਣਾ ਪੈਂਦਾ। ਉਹਨੂੰ ਇੱਕ ਤਾਂ ਧੂਰੀ 'ਚ ਲੈ ਕੇ ਆਵਾਂਗੇ, ਇੱਥੇ ਕਿਤੇ ਬਣਾਵਾਂਗੇ ਸੈਂਟਰ, ਰੋਜ਼ਗਾਰ ਵੀ ਵਧੂਗਾ ਉਹਦੇ ਨਾਲ। ਵੀ ਧੂਰੀ ਵਾਲਿਆਂ ਨੂੰ ਤਾਂ ਹੁਣ ਤਾਂ ਮਾਲਕ ਨੇ, ਉਹਨਾਂ ਨੂੰ ਕੀ ਕਹਿ ਸਕਦੇ ਹੁਣ ਆਪਾਂ, ਉਹ ਤਾਂ ਮਾਲਕ ਨੇ ਧੂਰੀ ਵਾਲੇ। ਤਾਂ ਪਿੰਡ ਇੱਧਰਲੇ ਪਾਸੇ, ਅੱਧੇ ਪਿੰਡ ਇੱਧਰਲੇ ਪਾਸੇ, ਸੋ ਧੂਰੀ ਵਾਲੇ ਤਾਂ ਭਾਈ ਮਤਲਬ ਜੋ ਮਰਜ਼ੀ ਮੰਗ ਸਕਦੇ ਨੇ। ਉਹ ਤਾਂ ਉਹਨਾਂ ਦੇ ਜਿਹੜੇ ਪਿਆਰ ਦਾ ਮੁੱਲ ਤਾਂ ਆਪਾਂ ਕਿਸੇ ਕੀਮਤ 'ਚ ਦੇ ਨਹੀਂ ਸਕਦੇ। ਸਕੂਲ ਬਹੁਤ ਸ਼ਾਨਦਾਰ ਹੋਣਗੇ, ਕਾਲਜ ਬਣਨਗੇ, ਬਹੁਤ ਸਾਰੀਆਂ ਹੋਰ ਇਹੋ ਜਿਹੀਆਂ ਸਕੀਮਾਂ ਜਿਹਨੂੰ ਤੁਸੀਂ ਦੇਖ ਕੇ ਤੇ ਸੁਣ ਕੇ ਵੀ ਹੈਰਾਨ ਹੋਵੋਗੇ ਵੀ ਐਂ ਹੋ ਸਕਦਾ ਯਾਰ। ਤੁਹਾਨੂੰ ਕਰਕੇ ਦਿਖਾਵਾਂਗੇ। ਇਹ ਉਹ ਕੰਮ ਨਹੀਂ ਹੈਗਾ ਵੀ ਮੰਜਾ ਬੁਣ ਲੈਣਾ, ਬੱਕਰੀ ਚੋ ਲੈਣਾ, ਗੁੱਲੀ ਡੰਡਾ ਖੇਡ ਲੈਣਾ। ਹੁਣ ਕਿੱਧਰ ਗਿਆ ਉਹ
ਉਹ ਬਾਂਦਰ ਕਿੱਲੇ ਵਾਲੇ ਕਿੱਲੇ ਖਾਲੀ ਪਏ ਨੇ, ਗੁੱਲੀ ਡੰਡੇ ਨੂੰ ਸਿਉਂਕ ਲੱਗ ਗਈ, ਬੱਕਰੀਆਂ ਹੜਤਾਲ ਕਰਨ ਨੂੰ ਫਿਰਦੀਆਂ ਨੇ ਵੀ ਸਾਨੂੰ ਕੌਣ ਚਾਊਗਾ ਹੁਣ। ਕਿੱਧਰ ਗਏ ਉਹ? ਭੱਜ ਹੀ ਗਏ ਲੋਕ। ਧੂਰੀ ਸ਼ਹਿਰ ਦੀ ਵੀ ਬਹੁਤ ਵੱਡੀ ਸਮੱਸਿਆ ਹੈ, ਜਿਹੜੀ ਰੇਲਵੇ ਲਾਈਨ ਵਾਲੀ। ਰੇਲਵੇ ਲਾਈਨ ਦੀ ਬਹੁਤ ਵੱਡੀ ਸਮੱਸਿਆ ਹੈ। ਅੱਧਾ ਸ਼ਹਿਰ ਵੰਡ ਦਿੰਦਾ, ਬੰਦ ਰਹਿੰਦਾ ਹੈ। ਇਹ ਤੇ 15 ਕਰੋੜ ਰੁਪਇਆ ਲੱਗੂਗਾ ਜੀ। ਅਸੀਂ ਓਵਰ ਬ੍ਰਿਜ ਬਣਾਵਾਂਗੇ ਰੇਲਵੇ ਤੇ। ਕੁਝ ਦੁਕਾਨਦਾਰ ਪ੍ਰਭਾਵਿਤ ਹੋਣਗੇ, ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਰੀਲੋਕੇਟ ਕਰ ਦਾਂਗੇ। ਅਸੀਂ ਕਿਸੇ ਦਾ ਰੁਜ਼ਗਾਰ ਨਹੀਂ ਖੋਣਾ। 15 ਕਰੋੜ ਰੁਪਇਆ ਜਿਹੜਾ ਮੈਂ ਓਵਰ ਬ੍ਰਿਜ ਵਾਸਤੇ ਅੱਜ ਅਨਾਉਂਸ ਕਰਨ ਲੱਗਿਆ। ਤੇ ਧੂਰੀ ਦਾ ਜਿਹੜਾ ਸੀਵਰੇਜ ਹੈ ਸਿਸਟਮ ਸਾਰਾ ਬੰਦ ਹੋ ਗਿਆ, ਓਵਰਫਲੋ ਹੋ ਜਾਂਦਾ, ਗਲੀਆਂ 'ਚ ਫਿਰਦਾ। ਉਹ ਸਾਰੇ ਸੀਵਰੇਜ ਸਿਸਟਮ ਨੂੰ ਬਿਲਕੁਲ ਨਵੇਂ ਤਰੀਕੇ ਨਾਲ ਪਾਉਣ ਵਾਸਤੇ 13 ਕਰੋੜ ਰੁਪਏ ਦਾ ਪ੍ਰੋਜੈਕਟ ਹੈ, ਉਹ ਵੀ ਤੁਹਾਨੂੰ ਅੱਜ ਮਨਜ਼ੂਰ ਕਰਨ ਲੱਗਿਆ ਜੀ। ਉਧਰ ਲਾਈਨ ਦੇ ਪਰਲੇ ਪਾਸੇ ਕੋਈ ਪਾਰਕ ਨਹੀਂ ਹੈਗਾ, ਬਿਜਲੀ ਬੋਰਡ ਦੀ ਜਗ੍ਹਾ ਉੱਥੇ ਪਈ ਹੈ। ਉੱਥੇ 3-4 ਏਕੜ ਬਿਜਲੀ ਬੋਰਡ ਨਾਲ ਗੱਲ ਕਰਕੇ ਅਸੀਂ ਲੈ ਲਾਂਗੇ 2 ਕਰੋੜ ਰੁਪਏ ਦਾ ਬਹੁਤ ਹੀ ਸ਼ਾਨਦਾਰ ਪਾਰਕ ਜਿਹੜਾ ਹੈ ਉਹ ਧੂਰੀ ਦੇ ਪਰਲੇ ਪਾਸੇ, ਲਾਈਨ ਦੇ ਪਰਲੇ ਪਾਸੇ ਉੱਥੇ ਪਾਰਕ ਬਣਾਵਾਂਗੇ। ਇਸ ਤੋਂ ਇਲਾਵਾ ਇੱਕ ਬੈਡਮਿੰਟਨ ਦਾ ਕੋਰਟ ਹੈ, ਮੈਂ ਹੀ ਪੈਸੇ ਦਿੱਤੇ ਸੀ ਐਮਪੀ ਵੇਲੇ। ਬੈਡਮਿੰਟਨ ਦਾ ਕੰਪਲੈਕਸ ਉੱਥੇ 12 ਬੱਚੇ ਖੇਡ ਸਕਦੇ ਨੇ, ਉਹਨੂੰ ਵਧਾ ਕੇ 70 ਬੱਚਿਆਂ ਦੀ ਕੈਪੈਸਿਟੀ ਦਾ ਕਰਾਂਗੇ, ਤਾਂ ਕਿ ਸਾਡੇ ਬੱਚੇ ਜਿਹੜੇ ਨੇ ਖੇਡ ਸਕਣ ਤੇ ਮੱਲਾ ਮਾਰ ਸਕਣ ਅੱਗੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਖੇਡਾਂ 'ਚ, ਵੱਡੇ ਵੱਡੇ ਟੂਰਨਾਮੈਂਟਾਂ 'ਚ। ਬਾਕੀ ਪਿੰਡਾਂ ਦੀ ਗੱਲ, ਧੂਰੀ ਦੇ ਅੱਧੇ ਪਿੰਡ ਇੱਧਰ ਨੇ, ਅੱਧੇ ਇੱਧਰ ਨੇ। ਪਿੰਡਾਂ ਦੇ ਵਿੱਚ ਸੜਕਾਂ ਦੀ ਪ੍ਰੋਬਲਮ ਹੈ, ਗੰਦੇ ਟੋਬਿਆਂ ਦੀ ਪ੍ਰੋਬਲਮ ਹੈ, ਔਰ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ? ਬੱਸਾਂ ਹੀ ਨਹੀਂ ਜਾਂਦੀਆਂ। ਪੁਰਾਣੇ ਰੂਟ ਹੀ ਬੰਦ ਹੋ ਗਏ। ਜੇ 10ਵੀਂ ਦਾ ਸਕੂਲ 5 ਕਿਲੋਮੀਟਰ ਤੇ ਹੈ, ਆਪਦੇ ਪਿੰਡ 8ਵੀਂ ਦਾ, 8ਵੀਂ ਤੋਂ 10ਵੀਂ ਕਰਨ ਵਾਸਤੇ ਖਾਸ ਤੌਰ ਤੇ ਕੁੜੀਆਂ ਨੂੰ ਮਾਪੇ ਭੇਜਦੇ ਨਹੀਂ ਹੈਗੇ, ਕਿਉਂਕਿ ਜ਼ਮਾਨਾ ਤੁਹਾਨੂੰ ਪਤਾ ਮਾੜਾ ਹੈ। ਉਹ ਕਿਸੇ ਨਾ ਕਿਸੇ ਨੂੰ ਹੱਥ ਦਿੰਦੀਆਂ, ਟਰਾਲੀਆਂ ਤੇ ਲਟਕਦੀਆਂ ਵਿਚਾਰੀਆਂ। ਸੋ ਇਹ ਕਿੰਨੀਆਂ ਕੁੜੀਆਂ, ਹੁਸ਼ਿਆਰ ਕੁੜੀਆਂ ਜਿਹੜੀਆਂ ਪਹਿਲੇ ਨੰਬਰ ਤੇ ਪੰਜਾਬ 'ਚੋਂ ਆ ਸਕਦੀਆਂ ਸੀ, ਉਹਨਾਂ ਨੂੰ ਮਤਲਬ ਪੜ੍ਹਾਈ ਤੋਂ ਵਾਂਝੇ ਰਹਿਣਾ ਪੈ ਜਾਂਦਾ। ਜਿੰਨੇ ਪੁਰਾਣੇ ਬੱਸਾਂ ਦੇ ਰੂਟ ਚੱਲਦੇ ਸੀ, ਚਾਹੇ ਮਿੰਨੀਆਂ ਨਾਲ ਚਲਾਈਏ, ਚਾਹੇ ਜਿਵੇਂ ਮਰਜ਼ੀ ਚਲਾਈਏ, ਹਰੇਕ ਪਿੰਡ ਨੂੰ ਬੱਸ 2 ਵਾਰੀ ਘੱਟੋ ਘੱਟ 2 ਟਾਈਮ ਹਰੇਕ ਪਿੰਡ 'ਚ ਬੱਸ ਆਵੇ। ਤੇ ਜੇ ਕਾਲਜਾਂ ਜਾਂ ਸਕੂਲਾਂ ਵਾਸਤੇ ਸਪੈਸ਼ਲ ਬੱਸਾਂ ਲਾਉਣੀਆਂ ਪਈਆਂ, ਉਹ ਵੀ ਲਾਵਾਂਗੇ, ਪਰ ਕੋਈ ਪੜ੍ਹਾਈ ਵੱਲੋਂ ਵਾਂਝਾ ਨਹੀਂ ਰਹਿਣ ਦੇਣਾ, ਨਾ ਫੀਸ ਵਾਲੇ ਪਾਸਿਓਂ ਤੇ ਨਾ ਵੈਨ ਵਾਲੇ ਪਾਸਿਓਂ। ਇਹ ਸਾਰੇ ਜਿਹੜੇ ਮੈਂ ਤਜਰਬੇ ਨੇ ਇਹ ਧੂਰੀ ਕਰੂੰਗਾ। ਧੂਰੀ ਤੋਂ ਕਾਮਯਾਬ ਹੋਣਗੇ ਸਾਰੇ ਪੰਜਾਬ 'ਚ ਕਰੂੰਗਾ। ਨਹਿਰੀ ਪਾਣੀ ਦਾ ਕਰਾਂਗੇ ਜੀ ਡਾਕਟਰ ਸਾਹਿਬ, ਕਰਾਂਗੇ। ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਮਹੀਨੇ ਬਾਅਦ ਸਰਕਾਰ ਟੁੱਟਣ ਵਾਲੀ ਹੋਵੇ। ਗੰਨੇ ਦਾ ਇਲਾਕਾ ਹੈ, ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ। 294.98 ਕਰੋੜ ਰੁਪਈਆ ਸਰਕਾਰ ਦਾ ਖੜਾ ਸੀ ਕਿਸਾਨਾਂ ਵੱਲ। ਖੜਾ ਕਈ ਸਾਲ ਦਾ ਸੀ, ਪਰ ਅਸੀਂ ਮਾਨਯੋਗ ਵਿੱਤ ਮੰਤਰੀ ਇੱਥੇ ਬੈਠੇ ਨੇ, ਮਹਿਕਮਾ ਕੋਆਪਰੇਟਿਵ ਮਹਿਕਮਾ ਇਹਨਾਂ ਕੋਲ ਹੈ, ਕੋਆਪਰੇਸ਼ਨ ਦਾ ਮਹਿਕਮਾ ਇਹਨਾਂ ਕੋਲੇ ਹੈ। ਅਸੀਂ 100 ਕਰੋੜ ਰੁਪਈਆ ਤਾਂ ਪਾਤਾ ਗੰਨੇ ਵਾਲੇ ਜਿਹੜੇ ਉਤਪਾਦਕ ਨੇ ਉਹਨਾਂ ਦੇ ਖਾਤਿਆਂ 'ਚ। 15 ਅਗਸਤ ਨੂੰ 100 ਕਰੋੜ ਹੋਰ ਪੈ ਜਾਊਗਾ ਤੇ ਬਾਕੀ ਰਹਿੰਦਾ 94.98 ਕਰੋੜ 7 ਸਤੰਬਰ ਨੂੰ ਉਹ ਵੀ ਪੈ ਜਾਊਗਾ। ਸਰਕਾਰ ਦੀ ਦੇਣਦਾਰੀ 0 ਹੋ ਜਾਊਗੀ ਜੀ ਗੰਨੇ ਵਾਲਿਆਂ ਪ੍ਰਤੀ, ਸਰਕਾਰੀ। ਹੁਣ ਆ ਜਾਓ ਪ੍ਰਾਈਵੇਟ ਵੱਲ। 150 ਕਰੋੜ ਪ੍ਰਾਈਵੇਟ ਦਾ ਜੀ। ਬਾਕੀ ਸਾਰੀਆਂ ਮਿਲਾਂ ਨਾਲ ਗੱਲ ਹੋ ਗਈ, 7 ਸਤੰਬਰ ਤੋਂ ਪਹਿਲਾਂ ਉਹ ਵੀ ਨਿਬੜ ਜੂ। ਕੱਲ ਹੀ ਹਜੇ 2.5 ਕਰੋੜ ਇਹਨਾਂ ਨੇ ਪਾਇਆ ਧੂਰੀ ਵਾਲਿਆਂ ਨੇ, ਤੇ ਇਹਨਾਂ ਦਾ ਜਿੰਨਾ ਵੀ ਰਹਿੰਦਾ 7 ਸਤੰਬਰ ਤੋਂ ਪਹਿਲਾਂ ਉਹ ਪੈਸੇ ਆ ਜਾਣਗੇ। ਸਿਰਫ ਇੱਕ ਮਿਲ ਫਗਵਾੜੇ ਵਾਲੀ, ਜਿਹਨੂੰ ਛੱਡ ਕੇ ਉਹ ਭੱਜ ਗਏ ਇੰਗਲੈਂਡ, ਉਹਦਾ 72 ਕਰੋੜ ਰੁਪਇਆ ਰਹਿੰਦਾ ਵੀਰੋ। 72 ਕਰੋੜ ਚੋਂ 20 ਕਰੋੜ ਦੀ ਉਹਨਾਂ ਦੀ ਜ਼ਮੀਨ ਹੈ ਸਾਡੇ ਕੋਲੇ ਫਤਿਆਬਾਦ 'ਚ, ਉਹ ਵੇਚ ਦਾਂਗੇ। ਰਹਿ ਗਿਆ 52 ਕਰੋੜ। 8 ਕਰੋੜ ਰੁਪਏ ਦੀ ਉਹਨਾਂ ਕੋਲੇ ਖੰਡ ਪਈ ਹੈ, ਉਹ ਵੀ ਵੇਚ ਦਾਂਗੇ। ਰਹਿ ਗਿਆ 44 ਕਰੋੜ। 44 ਕਰੋੜ ਦਾ ਝਗੜਾ ਰਹਿੰਦਾ, ਉਹ ਅਸੀਂ ਸੈਂਟਰ ਨਾਲ ਗੱਲ ਕਰਕੇ ਉਹਨਾਂ ਨੂੰ ਭਾਵੇਂ ਜਿਵੇਂ ਮਰਜ਼ੀ ਬੁਲਾਈਏ, ਉਹਨਾਂ ਦਾ ਨੋਟਿਸ ਜਾਰੀ ਕਰਕੇ ਹੋਰ ਕੋਈ ਪੈਸਾ ਗੰਨੇ ਦੇ ਬੀਜਣ ਵਾਲੇ ਕਿਸਾਨਾਂ ਦਾ
ਨਹੀਂ ਰਹੂਗਾ। ਭਵਿੱਖ ਦੇ ਵਿੱਚ ਵੀ ਇਹੋ ਜਿਹੀ ਕੋਸ਼ਿਸ਼ ਕੀਤੀ ਜਾਊਗੀ ਕਿ ਟਰਾਲੀ ਜਦੋਂ ਲਾ ਕੇ ਉਹ ਮਿੱਲ 'ਚ ਆਉਣ, ਉਦੋਂ 14 ਦਿਨ ਤੋਂ ਪਹਿਲਾਂ ਯਾਨੀ ਕਿ ਅਗਲੀ ਟਰਾਲੀ ਭਰਨ ਤੋਂ ਪਹਿਲਾਂ ਉਹਨਾਂ ਨੂੰ ਪੈਸੇ ਮਿਲ ਜਾਣ, ਤਾਂ ਗੰਨੇ ਦਾ ਜਿਹੜਾ ਕਿਸਾਨ ਹੈ ਉਹ ਬਚੂਗਾ। ਕਿਉਂਕਿ ਗੰਨਾ ਸਾਲ ਦੀ ਇੱਕੋ ਹੀ ਫਸਲ ਹੈ, ਜੇ ਉਹਦੇ ਵੀ ਪੈਸੇ ਨਾ ਮਿਲਣ ਤਾਂ ਫਿਰ ਉਹ ਕਿਤੇ ਨਾ ਕਿਤੇ ਝੋਨੇ ਵੱਲ ਜਾਂ ਕਿਤੇ ਹੋਰ ਜਾਊਗਾ, ਫਿਰ ਉਹੀ ਬਿਜਲੀ ਦਾ ਖਰਚਾ ਤੇ ਪਾਣੀ ਦਾ ਉਹ ਚੱਲੂਗਾ। ਸੋ ਇਸ ਕਰਕੇ ਫਸਲਾਂ ਨੂੰ ਬਚਾਉਣ ਦੀ ਅਸੀਂ, ਬਦਲਾਉਣ ਦੀ ਅਸੀਂ ਸਕੀਮ ਜਿਹੜੀ ਹੈ ਉਹ ਚਲਾ ਰਹੇ ਹਾਂ। ਮੁੱਖ ਮੰਤਰੀ ਦੇ ਦਫ਼ਤਰ ਜਿਹੜਾ ਉਹ ਧੂਰੀ 'ਚ ਇੱਕ ਖੁੱਲੂਗਾ, ਸੰਗਰੂਰ 'ਚ ਵੀ ਦਫ਼ਤਰ ਖੁੱਲੂਗਾ। ਹਰੇਕ ਐਮਐਲਏ ਦਾ ਇੱਕ ਦਫ਼ਤਰ ਜ਼ਿਲ੍ਹੇ 'ਚ ਤੇ ਹਰੇਕ ਐਮਐਲਏ ਦੇ ਵਿਧਾਨ ਸਭਾ ਹਲਕੇ 'ਚ ਹੋਊਗਾ। ਆਪਾਂ ਖੱਜਲ ਖੁਆਰੀਆਂ ਤੋਂ ਬਚਾਉਣ ਲਈ ਇੱਥੇ ਹੀ ਤੁਹਾਡੇ ਕੋਲੇ ਅਫਸਰ ਬੈਠਣਗੇ। ਤੁਸੀਂ ਜਿਹੜੀ ਮਰਜ਼ੀ ਧੂਰੀ ਦੇ ਇਲਾਕੇ ਦੀ ਕੋਈ ਸਮੱਸਿਆ ਦਫ਼ਤਰ 'ਚ ਦੱਸ ਦਿਓ। ਮੈਥੋਂ ਹਰ ਰੋਜ਼ ਦੇਖੋ ਆਇਆ ਨਹੀਂ ਜਾਣਾ, ਕਿਉਂਕਿ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ, ਪਰ ਇੱਥੇ ਕੋਈ ਨਾ ਕੋਈ ਸਾਡੇ ਟੀਮ 'ਚੋਂ ਇੱਥੇ ਬੰਦਾ ਬੈਠੂਗਾ, ਉਹ ਨਾਲ ਦੀ ਨਾਲ ਕੰਪਿਊਟਰ 'ਚ ਫੀਡ ਕਰਕੇ ਸਿੱਧਾ ਜਿਹੜੇ ਵੀ ਮਹਿਕਮੇ ਦਾ ਉਹ ਕੰਮ ਹੈ ਉੱਥੇ ਜਾਊਗਾ, ਤੇ ਨਾਲ ਦੀ ਨਾਲ ਤੁਹਾਨੂੰ ਸ਼ਾਮ ਤੱਕ ਜਾਂ ਅਗਲੇ ਦਿਨ ਤੱਕ ਫੀਡਬੈਕ ਆਊਗੀ ਕਿ ਭਾਈ ਆਹ ਕਾਗਜ਼ ਘੱਟ ਹੈ, ਆਹ ਕਾਗਜ਼ ਦੇ ਜੋ। ਉਹ ਦੂਜਾ ਕੰਮ ਬੰਦ ਕਰ ਦੇਣਾ ਆਪਾਂ, ਜਿਹੜਾ ਪਹਿਲਾਂ ਜਥੇਦਾਰਾਂ ਨੇ ਨਹੀਂ ਚਲਾਇਆ ਹੋਇਆ। ਜਥੇਦਾਰਾਂ ਨੇ ਪਿੰਡਾਂ 'ਚ ਆਪਾਂ ਕਹਿੰਦੇ ਯਾਰ ਕੰਮ ਹੈ ਬਈ, ਹੁਣ ਤੇਰੇ ਕਹੇ ਤੇ ਵੋਟਾਂ ਪਾਈਆਂ ਸੀ, ਲੈ ਚੱਲ ਉੱਥੇ। ਉਹ ਉਹੀ 3 ਦਿਨ ਤਾਂ ਉਹੀ ਲਾਉਂਦਾ, ਉਹ ਹਜੇ ਗੱਲ ਨਹੀਂ ਹੋਈ, 3 ਦਿਨਾਂ ਬਾਅਦ ਚੱਲਾਂਗੇ, ਕੋਈ ਨਹੀਂ। ਤੀਜੇ ਦਿਨ ਕਹਿੰਦਾ ਲੈ ਕਾਰ ਕਰਾ ਲਾ, ਫਿਰ ਕਾਰ ਕਰਾ ਲਈ। ਚੱਲ ਨੰਬਰਦਾਰ ਨੂੰ ਵੀ ਨਾਲ ਹੀ ਲੈ ਚੱਲਦੇ, ਚੱਲ ਨੰਬਰਦਾਰ ਹੱਥ ਨੂੰ ਮੁੜ ਆਵਾਂਗੇ। ਬਹਿ ਗਏ 8 ਜਾਣੇ, ਗਏ। ਰੋਟੀ ਤਾਂ ਰੋਕ ਲਓ, ਇੱਥੇ ਵਧੀਆ ਬਣਦੀ ਹੈ, ਇੱਥੇ ਰੋਟੀ ਰੋਕੋ। ਰੋਟੀ ਵੀ ਖਾ ਲਈ, ਠੀਕ ਹੈ। ਜਦੋਂ ਬਿੱਲ ਜੇ ਦੇਣ ਦੀ ਵਾਰੀ ਆਈ ਉਦੋਂ ਪਿਸ਼ਾਬ ਕਰਨ ਚਲੇ ਜਾਂਦੇ ਨੇ। ਤੇ ਉਹ ਤੋਂ ਬਾਅਦ ਜਦੋਂ ਉੱਥੇ ਜਾਂਦੇ ਨੇ ਮੰਤਰੀ ਦੇ, ਕਹਿੰਦੇ ਤੁਸੀਂ ਬਾਹਰ ਬੈਠੋ, ਮੈਨੂੰ ਇਕੱਲੇ ਨੂੰ ਮਿਲ ਲੈਣ ਦਿਓ। ਬੰਦਾ ਇਕੱਲਾ ਅੰਦਰ ਚਲਾ ਜਾਂਦਾ ਹੈ। ਅੰਦਰ ਭਾਵੇਂ ਮੰਤਰੀ ਨੇ ਗਾਲਾਂ ਕੱਢੀਆਂ ਹੋਣ ਵੀ ਕਿੱਧਰ ਮੂੰਹ ਚੱਕਿਆ ਤੂੰ ਯਾਰ, ਤੀਜੇ ਦਿਨ ਆ ਜਾਣਾ ਹੈ। ਬਾਹਰ ਆ ਕੇ ਕਹਿੰਦਾ ਲੈ ਗੱਲ ਬਣ ਗਈ ਤੁਹਾਡੀ, ਗੁਰਦੇਵ ਤੇਰਾ ਨਾਂ ਤਾਂ ਉਹਨੇ ਖਾਸ ਤੌਰ ਤੇ ਲਿਆ ਸੀ, ਕਹਿੰਦਾ ਇਹ ਕੰਮ ਤਾਂ ਹੋਊਗਾ ਹੀ ਹੋਊਗਾ, ਕੰਮ ਆਪਣਾ ਬਣ ਗਿਆ, ਚਲੋ ਚੱਲੀਏ। ਜਾਂਦੇ ਕਹਿੰਦੇ ਨੇ ਫਿਰ ਹੱਥੇ ਠੇਕੇ ਤੋਂ 2 ਬੋਤਲਾਂ ਲੈ ਲਓ। ਫਿਰ ਕਹਿੰਦੇ ਨੇ ਚੱਲ ਫਿਰ ਇੱਥੇ ਜੇ ਚਿਕਨ ਚੁੱਕਣ ਦਾ ਪ੍ਰਬੰਧ ਕਰ ਲਓ। ਉਹ ਗੇੜਾ 10 ਤੋਂ 15,000 ਚ ਪੈਂਦਾ ਹੈ ਜੀ, ਪੈਂਦਾ ਨਾ, ਝੂਠ ਤਾਂ ਨਹੀਂ ਬੋਲਦਾ ਮੈਂ। ਉਹ ਗੇੜੇ ਬੰਦ ਕਰਨੇ ਆ ਚੰਡੀਗੜ੍ਹ ਵਾਲੇ, ਜਿਹੜੇ 15,000 ਚ ਪੈਂਦੇ ਆ। ਇੱਥੇ ਆਓ, ਆਪਦੀ ਅਰਜੀ ਫੜਾਓ, ਕੰਮ ਤੁਹਾਡਾ ਹੋ ਗਿਆ। ਜਦੋਂ ਅਸੀਂ ਵੋਟਾਂ ਮੰਗਦੇ ਹਾਂ ਤਾਂ ਤੁਹਾਡੇ ਘਰ ਆਉਂਦੇ ਆ ਅਸੀਂ ਵੀ ਵੋਟਾਂ ਪਾਓ। ਜਦੋਂ ਜਿੱਤ ਜਾਂਦੇ ਉਦੋਂ ਕਹਿੰਦੇ ਚੰਡੀਗੜ੍ਹ ਆਓ। ਫਿਰ ਪਤਾ ਨਹੀਂ ਹੋਰ ਕਿਹੜੇ ਕੰਮ। ਟੀਚਰਾਂ ਤੋਂ ਕਰੋਨਾ ਵੇਲੇ ਤਾਂ ਬਾਰਡਰਾਂ ਤੇ ਵੀ ਡਿਊਟੀਆਂ ਲਾਤੀਆਂ ਵੀ ਚੈੱਕ ਕਰੋ ਵੀ ਕਿਹਨੂੰ ਕਰੋਨਾ ਹੈ। ਅਸੀਂ ਫੈਸਲਾ ਕੀਤਾ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਟੀਚਰ ਹੋਣਗੇ ਉਹਨਾਂ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਊਗਾ। ਅੱਗੇ ਜਨਗਣਨਾ ਆਉਣੀ ਹੈ, ਜਨਗਣਨਾ ਆਊਗੀ ਹੁਣ, ਸੈਂਸਸ ਕਹਿੰਦੇ ਅੰਗਰੇਜ਼ੀ 'ਚ। ਜਨਗਣਨਾ ਵਾਸਤੇ ਸਾਨੂੰ ਡਿਪਾਰਟਮੈਂਟ ਕਹਿੰਦਾ ਸੈਂਟਰ ਦਾ 68,000 ਟੀਚਰ ਦੇ ਦਿਓ। ਅਸੀਂ ਕਿਹਾ ਅਸੀਂ ਨਹੀਂ ਦਿੰਦੇ। ਕਹਿੰਦੇ ਫਿਰ ਕਿਵੇਂ ਕਰਾਂਗੇ? ਅਸੀਂ ਕਿਹਾ 68,000 ਮੁੰਡੇ ਕੁੜੀਆਂ ਪੜ੍ਹੇ ਲਿਖੇ BA MA MSc ਦੇ ਦਿੰਦੇ ਆ। 1 ਮਹੀਨਾ ਉਹਨਾਂ ਦੀ ਰਿਹਰਸਲ ਕਰਾ ਲਓ, 3 ਮਹੀਨੇ ਜਨਗਣਨਾ ਚੱਲੂਗੀ। ਇੰਨੇ ਪੈਸੇ ਤਨਖਾਹ ਜਿਹੜੀ ਆ ਉਹਨਾਂ ਨੂੰ ਦਿਓ। ਅਸੀਂ ਤਾਂ ਆਪਦੇ ਟੀਚਰਾਂ ਨੂੰ ਪੜ੍ਹਾਈ ਸਕੂਲੋਂ ਬਾਹਰ ਕੱਢਣ ਨਹੀਂ ਲੱਗੇ। ਨਾਲੇ 68,000 ਮੁੰਡੇ ਕੁੜੀਆਂ ਨੂੰ 3-4 ਮਹੀਨਿਆਂ ਵਾਸਤੇ ਵੀ ਕੰਮ ਮਿਲੂਗਾ, ਟ੍ਰੇਨਿੰਗ ਹੋਊਗੀ, ਉਹਨਾਂ ਦਾ ਰੈਜ਼ਮੇ ਵਧੀਆ ਬਣੂਗਾ ਕਿ ਅਸੀਂ ਭਾਰਤ ਦੀ ਜਨਗਣਨਾ 'ਚ ਹਿੱਸਾ ਲਿਆ ਹੋਇਆ, ਦੁਨੀਆ ਦਾ ਸਭ ਤੋਂ ਵੱਡਾ ਦੇਸ਼। ਇਹ ਅੱਗੇ ਜਾ ਕੇ ਸਰਟੀਫਿਕੇਟ ਉਹਨਾਂ ਦੇ ਨੌਕਰੀਆਂ 'ਚ ਕੰਮ ਆਉਣਗੇ। ਆਹ ਗੱਲਾਂ ਸੋਚਦੇ ਹਾਂ ਅਸੀਂ।